ਇਹ ਸਰਦਾਰ जी ਜਿਹੜੇ ਕਿ ਹੌਜਰੀ ਦੇ ਵਪਾਰੀ ਸੀ, ਪੈਸੇ ਦੇ ਵਿੱਚ ਸੀ, ਪਰ ਅੱਜ ਪੈਸੇ ਨੂੰ ਜੋੜਨ ਵਾਸਤੇ ਦੂਜਿਆਂ ਰੇੜੀ ਲਾਉਂਦੇ ਨੇ ਤੇ ਪਰਿਵਾਰ ਪਾਲਦੇ ਨੇ। ਸਮੇਂ ਦੀ ਖੇਡ ਇੱਡੀ ਪੁੱਠੀ ਹੋਈ ਕਿ ਕਰਜ਼ੇ ਦੀ ਸਿਰ ਤੇ ਪੰਡ ਹੋ ਗਈ ਤੇ ਸੋਚਿਆ ਹੀ ਨਹੀਂ ਸੀਗਾ ਵੀ ਇਹ ਵੀ ਕੰਮ ਹੋ ਜਾਏਗਾ ਤੇ ਉਹ ਗੇਮ ਸਾਰੀ ਪੁੱਠੀ ਪੈ ਗਈ, ਸਿਰ ਤੇ ਕਰਜ਼ੇ ਦੀ ਪੰਡ ਹੋ ਗਈ। ਅੱਜ ਤੁਹਾਡੇ ਸਾਹਮਣੇ ਹੁਣ ਕੁਲਫੀ ਦੀ ਰੇੜੀ ਲਗਾ ਕੇ ਖੜੇ ਆ। पैसे के मुहताज होए पे हो तुसीं तां किन्नियां के परेशानियां किन्नियां के मुश्किलों का सामना करना पिया जो समय ने पलटी मारी। आसमान च होवे ते जमीन ते गिर जे सारियां मुश्किलों नाल ही भरिया होया वा। 60-70 बंदियां ते मालकी करनी है, मतलब एक कहण च वर्ड आंदा चलो मालकी ते की करनी, वो अपना काम करदे, सारे अपना अपना काम करदे आ, मतलब इन्ने बंदे अपने कोले काम करदे हुंदे सी। लुधियाणे रहिंदे सां, बहुत सोहना कारोबार सी, कल्ला हौजरी दा ही कारोबार नहीं सी, नाल होर बड़ा कारोबार सीगा जी। टेंट हाउस सी, आटा चक्की सी, करियाने की शॉप सी, डेयरी, फास्ट फूड, छोटा हाथी गड्डियां सी, ड्राइवर चलाते सी, बड़ा कारोबार सीगा। कित्थे ते महाराज साडे कोलों सेवा लैंदे सीगे कि कई घरां 'च राशन पहुँचाईदा सीगा ते कित्थे इत्थे आके आप गुरुद्वारे जाके मूँह छुपा के लंगर छकदे सी, मूँह छुपा के इस तरह के जदों रोज़ लंगर छकना 2 टाइम जाके ते प्रबंधकां नूं हो ही जांदा भी ये सारा परिवार इत्थे दिन रात प्रशादा ही छकी जांदा है। ਤੁਸੀਂ सेवा ਨਿਭਾਉਂਦੇ आप रोड ਤੇ ਆਏ, ਮਹਿਲਾਂ 'ਚ ਰਹਿਣ ਵਾਲਾ ਅੱਜ ਰੈਂਟ ਤੇ ਰਹਿ ਰਿਹਾ, ਕਿਸ ਤਰ੍ਹਾਂ ਦੇ ਹਾਲਾਤ ਕਿਉਂ ਬਣ ਗਏ? ਸਾਰੇ ਮਹੱਲੇ ਦੇ ਵਿੱਚ, ਸਾਰੇ ਸ਼ਹਿਰ ਦੇ ਵਿੱਚ ਅਸੀਂ ਢੰਡੋਰਾ ਪਟਿਆ ਕਿ ਬੜੇ ਗੁਰੂ ਵਾਲੇ ਆ, ਪਰ ਸਿਰ ਤੇ ਕਰਜ਼ਾ ਹੋ ਗਿਆ ਤੇ ਮੇਰੇ ਕੋਲ ਲੋਕਾਂ ਦੇ ਪੈਸੇ ਨਹੀਂ ਮੁੜ ਰਹੇ ਹੈਗੇ ਤੇ ਕਹਿੰਦਾ ਹੁਣ ਤੇ ਮੈਂ ਹੁਣ ਇਹੀ ਦਿਮਾਗ 'ਚ ਆ ਰਿਹਾ ਵੀ ਸੁਸਾਈਡ ਕਰ ਲਈ। ਹੌਜਰੀ ਦੇ ਵਪਾਰੀ ਤੋਂ ਸਵੱਬ ਕਿਵੇਂ ਬਣਿਆ ਆਈਸਕ੍ਰੀਮ ਦੀ ਰੇੜੀ ਲਾਉਣ ਦਾ? ਜਦੋਂ ਬੰਦੇ ਤੇ ਮੁਸੀਬਤ ਹੋਵੇ ਤੇ ਆਪਣੇ ਆਪ ਕੋਈ ਨਾ ਕੋਈ ਫਿਰ ਟੱਕਰਾਂ ਮਾਰਦਾ, ਕੋਈ ਨਾ ਕੋਈ ਰਾਹ ਲੱਭਦਾ ਆ। ਬਾਕੀ ਸਿਆਣੇ ਦੀ ਕਹਾਵਤ ਹੈ ਕਿ ਲੋੜ ਕਾਢ ਦੀ ਮਾਂ ਆ। ਸਿਆਣਾ ਜਦੋਂ ਮੈਂ ਛੱਡਿਆ ਤੇ ਮੋਸਟਲੀ ਲੋਕਾਂ ਨੂੰ ਇਹ ਲੱਗਦਾ ਸੀਗਾ ਵੀ ਲੋਕਾਂ ਦੇ ਪੈਸੇ ਲੈ ਕੇ ਬੰਦਾ ਫਰਾਰ ਹੋ ਗਿਆ ਵਾ ਤੇ ਪਰ ਜਿਹੜੇ ਮੇਰੇ ਪਰਸਨਲ ਨੌਨ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਜਦੋਂ ਗਿਆ ਖਾਲੀ ਹੱਥ ਐਜ਼ ਏ ਫਰੈਂਡ ਕਿਸੇ ਨੇ ਮੈਨੂੰ 5000 ਰੁਪਏ ਦਿੱਤਾ, ਇੱਕ ਮੇਰੇ ਦੋਸਤ ਸੀਗੇ ਉਹਨਾਂ ਨੇ ਮੈਨੂੰ 10000 ਰੁਪਏ ਦਿੱਤਾ, ਉਹ ਮੈਂ 15000 ਰੁਪਏ ਲੈ ਕੇ ਤੇ ਲੁਧਿਆਣਾ ਛੱਡਿਆ ਸੀਗਾ। ਇਹ ਬਿਲਕੁਲ ਸੱਚੀ ਘਟਨਾ ਹੈ। ਜਦੋਂ ਅਸੀਂ ਇੱਥੇ ਆਏ ਆਉਂਦੇ ਸਰ ਮੈਂ ਬਿਮਾਰ ਹੋ ਗਿਆ ਵਾ, ਉਹ ਜਿਹੜਾ 15000 ਸੀਗਾ ਮੇਰਾ ਹਸਪਤਾਲ 'ਚ ਲੱਗ ਗਿਆ ਤੇ ਸਮਾਂ ਐਡਾ ਮਾੜਾ ਸੀਗਾ। ਤੁਸੀਂ ਪੁੱਛ ਰਹੇ ਹੋ ਸਮਾਂ ਇੰਨਾ ਮਾੜਾ ਸੀ ਕਿ ਅਸੀਂ 1 ਤੋਂ 2 ਮਹੀਨੇ ਲਗਾਤਾਰ ਛਿਹਾੜਾ ਸਾਹਿਬ ਗੁਰੂ ਘਰ ਦੇ ਵਿੱਚ ਸਵੇਰ ਸ਼ਾਮ ਦਾ ਲੰਗਰ ਉੱਥੇ ਛਕਦੇ ਰਹੇ ਹਾਂ ਵੀ ਆਟੇ ਦੀ ਥੈਲੀ ਖਰੀਦਣ ਦੇ ਵੀ ਪੈਸੇ ਨਹੀਂ ਸੀ ਹੁੰਦੇ। ਉਸ ਦਿਨ ਅਗਰ ਦੁੱਖ ਦੇ ਆ ਜਾਣ ਤੇ ਉਹਦੇ 'ਚ ਹੌਸਲਾ ਨਹੀਂ ਛੱਡਣਾ ਚਾਹੀਦਾ ਹੈਗਾ, ਮਿਹਨਤ ਕਰਦੇ ਰਹਿਣਾ ਚਾਹੀਦਾ। ਅਸੀਂ ਆਪਣੇ ਬੱਚਿਆਂ ਨੂੰ ਆਪ ਨੂੰ ਇਹੀ ਮੋਟੀਵੇਟ ਕਰੀਦਾ ਵੀ ਮਿਹਨਤ ਕਰਨੀ ਹੈ। दोस्तों समा जिहड़ा है बहुत ही बलवान है तो समय तो डरना बहुत जरूरी है। समा ही जिहड़ा है बंदे नूं अर्श तो फर्श ते लै जांदा ते फर्श तो अर्श ते लै जांदा है। अज तुहानूं इहो जिहे ही सरदार जी नाल मिलाउण जा रहे हैं जिस नूं समय दी मार पई अते वो जिहड़ा है अर्श तो फर्श ते आ गया। किसी टाइम वो बहुत वड्डा हौजरी दा व्यापारी सी पर अज उस नूं परिवार पालण वास्ते जिहड़ी है आइसक्रीम दी रेहड़ी लाउणी पै रही है, वो भी अमृतसर दे विच। तां तस्वीरां साਂਝੀਆਂ तुहाडे नाल कर रहे हैं पहलां उस रेहड़ी दीयां जिस नूं सरदार जी चला रहे ने। ਇਹ ਸਰਦਾਰ ਜੀ ਜਿਹੜੇ ਕਿ ਹੌਜਰੀ ਦੇ ਵਪਾਰੀ ਸੀ, ਪੈਸੇ ਦੇ ਵਿੱਚ ਸੀ, ਪਰ ਅੱਜ ਪੈਸੇ ਨੂੰ ਜੋੜਨ ਵਾਸਤੇ ਦੂਜਿਆਂ ਰੇੜੀ ਲਾਉਂਦੇ ਨੇ ਤੇ ਪਰਿਵਾਰ ਪਾਲਦੇ ਨੇ। ਤਾਂ ਹਾਲਾਤ ਜਿਹੜੇ ਨੇ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਰੇੜੀ ਚਲਾ ਕੇ ਆਪਣਾ ਪਰਿਵਾਰ ਪਾਲ ਰਹੇ ਨੇ ਸਰਦਾਰ ਜੀ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਜੀ ਨਾਮ ਜਾਣ ਜੀ। ਮੇਰਾ ਨਾਮ ਗੁਰਵਿੰਦਰ ਸਿੰਘ ਫਤਿਹ ਹੈ ਜੀ। ਫਤਿਹ ਆਈਸਕ੍ਰੀਮ ਦੇ ਨਾਮ ਤੇ ਆਪਣੀ ਇੱਥੇ ਫੂਡ ਟਰੱਕ ਲੱਗਦਾ ਜੀ। ਤੇ ਵੀਰ ਜੀ ਜਾਨਣਾ ਚਾਹੁੰਦੇ ਆ ਹੌਜਰੀ ਦਾ ਵਪਾਰੀ ਤੋਂ ਸਿੱਧਾ ਆਈਸਕ੍ਰੀਮ ਦੀ ਰੇੜੀ ਦੇ ਕਿਵੇਂ ਇਹ ਪਲਟੀ ਵੱਜੀ, ਸਮੇਂ ਦੀ ਕੀ ਹੋਇਆ ਸੀ? ਹੋਇਆ ਤਾਂ ਜੀ ਮੈਂ ਤਾਂ ਸਮਝਦਾ ਕੋਈ ਕਰਮਾਂ ਦੀ ਖੇਡ ਹੀ ਹੈ। ਕਈ ਵਾਰੀ ਕੋਈ ਚੰਗੇ ਕਰਮ ਇਸ ਜਨਮ 'ਚ ਜ਼ਰੂਰ ਕਰ ਰਹੇ ਹੁੰਦੇ ਨੇ ਪਰ ਕੋਈ ਪਿਛਲੇ ਜਨਮਾਂ ਦਾ ਲੇਖਾ ਜੋਖਾ ਹੁੰਦਾ ਜਿਨ੍ਹਾਂ ਦੀ ਸਾਨੂੰ ਸਜ਼ਾ ਤੇ ਮਿਲਣੀ ਹੁੰਦੀ ਹੈ। ਤੇ ਲੁਧਿਆਣੇ ਰਹਿੰਦੇ ਸਾਂ, ਬਹੁਤ ਸੋਹਣਾ ਕਾਰੋਬਾਰ ਸੀ, ਇਕੱਲਾ ਹੌਜਰੀ ਦਾ ਹੀ ਕਾਰੋਬਾਰ ਨਹੀਂ ਸੀ, ਨਾਲ ਹੋਰ ਬੜਾ ਕਾਰੋਬਾਰ ਸੀਗਾ ਜੀ। ਟੈਂਟ ਹਾਊਸ ਸੀ, ਆਟਾ ਚੱਕੀ ਸੀ, ਕਰਿਆਨੇ ਦੀ ਸ਼ੌਪ ਸੀ, ਡੇਅਰੀ, ਫਾਸਟ ਫੂਡ, ਛੋਟਾ ਹਾਥੀ ਗड्डियां ਸੀ, ड्राइवर ਚਲਾਉਂਦੇ ਸੀਗੇ, ਬੜਾ ਕਾਰੋਬਾਰ ਸੀਗਾ। ਮਹਾਰਾਜ ਦੀ ਬੜੀ ਕਿਰਪਾ ਸੀਗੀ। ਤੇ 2004-05 ਤੱਕ ਮੈਂ ਸਹਿਜਧਾਰੀ ਹੁੰਦਾ ਸਾਂ, ਕਲੀਨ ਸ਼ੇਵ ਹੁੰਦਾ ਹਾਂ, ਕਦੇ ਵਾਲ ਵੀ ਨਹੀਂ ਸੀ ਰੱਖੇ ਹੈਗੇ, ਨਾ ਧਿਆਨ ਸੀ ਕੋਈ ਗੁਰੂ ਘਰ ਵੱਲ। ਤੇ ਕੋਈ ਐਸੀ ਕੋਈ ਘਟਨਾ ਵਾਪਰੀ, ਪਿੰਦਰਪਾਲ ਜੀ ਦੀ ਕੈਸਟ ਹੈ, ਭਾਈ ਪਿੰਦਰਪਾਲ ਜੀ ਬੜੇ ਗੁਰਮੁਖ ਬੰਦੇ ਨੇ, ਕਥਾ ਕਰਦੇ ਨੇ, ਸਿੱਖ ਕੌਮ ਦੀ ਸ਼ਾਨ ਨੇ। ਉਹਨਾਂ ਦੀ ਕੈਸਟ ਆਈ ਸੀ ਸਾਕਾ ਸਰਹੰਦ। ਉਹ ਕੈਸਟ ਸੁਣ ਕੇ ਮੇਰਾ ਜੀਵਨ ਬਦਲ ਗਿਆ ਜੀ। ਤੇ ਮੈਂ ਸਾਰੀ ਕੈਸਟ ਲਿਆ ਕੇ ਸੁਣੀ, ਮਨ ਅੱਖਾਂ ਰੋਈਆਂ ਭਰ ਆਈਆਂ ਤੇ ਆਪਣਾ ਅੰਦਰੋਂ ਸਾਰੀ ਗੰਦਗੀ ਮੈਂ ਸਮਝਦਾ ਕਿ ਬਾਹਰ ਨਿਕਲ ਗਈ ਅੱਖਾਂ ਰਾਹੀਂ, ਹੰਝੂਆਂ ਰਾਹੀਂ। ਤੇ ਕਰਦੇ ਕਰਾਉਂਦੇ ਜੀ ਮੈਂ ਕੇਸ ਰੱਖੇ
ਕੇਸ ਰੱਖ ਕੇ ਤੇ ਗੁਰੂ ਵਾਲਾ ਬਣ ਗਿਆ ਜੀ। ਅੰਮ੍ਰਿਤ ਛਕ ਲਿਆ ਸਾਰੇ ਪਰਿਵਾਰ ਸਮੇਤ, ਆਪਣੀ ਵਾਈਫ ਸਮੇਤ। ਬੱਚੇ ਉਦੋਂ ਬਿਲਕੁਲ ਛੋਟੇ ਸੀਗੇ, ਬੇਟਾ ਤੇ ਸ਼ਾਇਦ ਉਦੋਂ ਹੋਇਆ ਨਹੀਂ ਸੀਗਾ। ਤੇ 2005 ਦੇ ਵਿੱਚ ਮੈਂ ਗੁਰੂ ਵਾਲਾ ਬਣ ਗਿਆ ਜੀ। 3-4 ਸਾਲ ਲਗਾਤਾਰ ਮੈਂ ਦਰਬਾਰ ਸਾਹਿਬ ਆਉਂਦਾ ਰਿਹਾ ਵਾਂ। ਹਰ ਵੀਰਵਾਰ ਸੰਗਤ ਕਰਦੇ ਸੀ। ਇੱਥੇ ਆ ਕੇ ਮਨ ਪਵਿੱਤਰ ਹੋ ਗਿਆ, ਮਾਇਆ ਤੋਂ ਬਹੁਤ ਜ਼ਿਆਦਾ ਮਨ ਪਵਿੱਤਰ ਹੋ ਗਿਆ ਜੀ। ਮਾਇਆ ਤੋਂ ਨਾ ਮੋਹ ਜਿਹਾ ਖਤਮ ਹੋ ਗਿਆ। ਲੁਧਿਆਣੇ ਇੱਕ ਅਕਾਲ ਸਾਏ ਨਿਸ਼ਕਾਮ ਸੇਵਾ ਸੁਸਾਇਟੀ ਨਾਮ ਦੀ ਸੰਸਥਾ ਸ਼ੁਰੂ ਕੀਤੀ, ਜਿਹਦੇ ਵਿੱਚ ਅਸੀਂ 100 ਤੋਂ ਵੱਧ ਬੱਚਿਆਂ ਦੀਆਂ ਫੀਸਾਂ ਤੇ ਟੋਟਲੀ ਸਾਰਾ ਸਕੂਲ ਦਾ ਜਿੰਮਾ ਚੁੱਕਦੇ ਸੀਗੇ। ਤੇ ਉਸ ਦੇ ਨਾਲ ਫਿਰ ਕੋਈ 20-25 ਪਰਿਵਾਰਾਂ ਨੂੰ ਰਾਸ਼ਨ ਵੀ ਦਿੰਦੇ ਸੀਗੇ। ਮਹੱਲੇ ਦੇ ਵਿੱਚ ਕੋਈ ਧੀ ਭੈਣ ਦੇ ਕੋਈ ਵਿਆਹ ਸ਼ਾਦੀ ਦੀ ਲੋੜ ਹੈ, ਹੋਰ ਵੀ ਕੋਈ ਯਾਰਾਂ ਦੋਸਤਾਂ ਨੂੰ ਕਿਸੇ ਕਿਸਮ ਦੀ ਮਾਇਆ ਦੀ ਲੋੜ ਹੈ, ਸਾਰੀ ਹੈਲਪ ਕਰੀਦੀ ਸੀਗੀ। ਪਰ ਕਰਦੇ ਕਰਾਉਂਦੇ ਜੀ ਸਮੇਂ ਦੀ ਖੇਡ ਐਡੀ ਪੁੱਠੀ ਹੋਈ ਕਿ ਕਰਜ਼ੇ ਦੀ ਸਿਰ ਤੇ ਪੰਡ ਹੋ ਗਈ। ਤੇ ਸੋਚਿਆ ਹੀ ਨਹੀਂ ਸੀਗਾ ਵੀ ਇਹ ਵੀ ਕੰਮ ਹੋ ਜਾਏਗਾ। ਤੇ ਉਹ ਗੇਮ ਸਾਰੀ ਪੁੱਠੀ ਪੈ ਗਈ, ਸਿਰ ਤੇ ਕਰਜ਼ੇ ਦੀ ਪੰਡ ਹੋ ਗਈ। ਅੱਜ ਤੁਹਾਡੇ ਸਾਹਮਣੇ ਹੁਣ ਕੁਲਫੀ ਦੀ ਰੇਹੜੀ ਲਗਾ ਕੇ ਖੜੇ ਆ ਜੀ। ਤੇ ਸਰਦਾਰ ਜੀ, ਕਿਸ ਤਰ੍ਹਾਂ ਦਾ ਸਮਾਂ ਸੀ ਜਦੋਂ ਹੌਜ਼ਰੀ ਦੇ ਵਪਾਰੀ ਸੀ, ਉਦੋਂ ਪੈਸੇ ਦੇ ਆਈ ਚਲਾਈ ਰਹਿੰਦੀ ਸੀ, ਤੇ ਅੱਜ ਪੈਸੇ ਦੇ ਮੁਹਤਾਜ ਹੋਏ ਪਏ ਹੋ ਤੁਸੀਂ, ਤਾਂ ਕਿੰਨੀਆਂ ਕਿ ਪਰੇਸ਼ਾਨੀਆਂ, ਕਿੰਨੀਆਂ ਕਿ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਸਮੇਂ ਨੇ ਪਲਟੀ ਮਾਰੀ ਹੈ? ਮੁਸ਼ਕਿਲਾਂ ਜੀ ਸਾਹਮਣਾ ਹੁਣ ਦੇਖੋ, ਬਿਲਕੁਲ ਬੰਦਾ ਅਸਮਾਨ 'ਚ ਹੋਵੇ ਤੇ ਜ਼ਮੀਨ ਤੇ ਗਿਰ ਜੇ ਤੇ ਸਾਰੀਆਂ ਮੁਸ਼ਕਿਲਾਂ ਨਾਲ ਹੀ ਭਰਿਆ ਹੋਇਆ ਵਾ। ਕਿੱਥੇ ਤੇ 60-70 ਬੰਦਿਆਂ ਤੇ ਮਾਲਕੀ ਕਰਨੀ ਹੈ। ਮਤਲਬ ਇੱਕ ਕਹਿਣ 'ਚ ਵਰਡ ਆਉਂਦਾ, ਚਲੋ ਮਾਲਕੀ ਤੇ ਕੀ ਕਰਨੀ, ਉਹ ਆਪਣਾ ਕੰਮ ਕਰਦੇ ਆ, ਸਾਰੇ ਆਪਣਾ ਕੰਮ ਕਰਦੇ ਆ। ਮਤਲਬ ਇੰਨੇ ਬੰਦੇ ਆਪਣੇ ਕੋਲੇ ਕੰਮ ਕਰਦੇ ਹੁੰਦੇ ਸੀਗੇ। ਤੇ ਅੱਜ ਇਸ ਰੇਹੜੀ ਤੇ ਖੜੇ ਆ ਜੀ, ਆਈਸਕ੍ਰੀਮ ਵਾਲੀ ਤੇ। ਸਾਰਾ ਸਮਾਂ ਮੁਸ਼ਕਿਲਾਂ ਨਾਲ ਹੀ ਭਰਿਆ ਹੈ ਜੀ। ਜਦੋਂ ਲੁਧਿਆਣਾ ਛੱਡਿਆ, ਇੱਥੇ ਆਏ ਆ ਅੰਮ੍ਰਿਤਸਰ, ਸਿਰਫ ਇਹੀ ਸੋਚ ਕੇ ਆਏ ਆ, ਆਪਣਾ ਇੱਥੇ ਕੋਈ ਪਰਸਨਲੀ ਰਿਸ਼ਤੇਦਾਰ ਨਹੀਂ ਸੀਗਾ ਜੀ। ਸਿਰਫ ਇਹ ਸੋਚ ਕੇ ਆਏ ਆ ਵੀ ਚਲੋ ਦਰਬਾਰ ਸਾਹਿਬ ਜਾਵਾਂਗੇ, ਕੁਝ ਦਿਨ ਰਵਾਂਗੇ, ਛੱਤ ਮਿਲੇਗੀ ਰਹਿਣ ਨੂੰ, ਤੇ ਗੁਰੂ ਘਰ ਲੰਗਰ ਛਕਦੇ ਰਵਾਂਗੇ। ਤੇ ਜਿਹੜੀ ਸਭ ਤੋਂ ਵੱਡੀ ਗੱਲ, ਜਦੋਂ ਅਸੀਂ ਇੱਥੇ ਆਏ ਵੀ ਆ ਤੇ ਮੈਂ ਕੱਪੜੇ ਦੀ ਦੁਕਾਨ ਤੇ ਜੌਬ ਕੀਤੀ ਹੈ। ਉਸ ਤੋਂ ਪਹਿਲਾਂ 2-3 ਮਹੀਨੇ ਮੈਂ ਫ੍ਰੀ ਰਿਹਾ ਆ। ਤੇ ਤੁਸੀਂ ਯਕੀਨ ਮੰਨਿਓ ਕਿ ਮੇਰੇ ਪਿੱਛੇ ਨਾ ਲੁਧਿਆਣਾ ਜਦੋਂ ਮੈਂ ਛੱਡਿਆ ਤੇ ਮੋਸਟਲੀ ਲੋਕਾਂ ਨੂੰ ਇਹ ਲੱਗਦਾ ਸੀਗਾ ਵੀ ਲੋਕਾਂ ਦੇ ਪੈਸੇ ਲੈ ਕੇ ਬੰਦਾ ਫਰਾਰ ਹੋ ਗਿਆ ਵਾ। ਤੇ ਪਰ ਜਿਹੜੇ ਮੇਰੇ ਪਰਸਨਲ ਨੌਨ ਸੀਗੇ, ਉਹਨਾਂ ਨੂੰ ਪਤਾ ਸੀਗਾ ਵੀ ਜਦੋਂ ਗਿਆ ਖਾਲੀ ਹੱਥ, ਐਜ਼ ਏ ਫਰੈਂਡ ਕਿਸੇ ਨੇ ਮੈਨੂੰ 5000 ਰੁਪਏ ਦਿੱਤਾ, ਇੱਕ ਮੇਰੇ ਦੋਸਤ ਸੀਗੇ ਉਹਨਾਂ ਨੇ ਮੈਨੂੰ 10000 ਰੁਪਏ ਦਿੱਤਾ। ਉਹ ਮੈਂ 15000 ਰੁਪਏ ਲੈ ਕੇ ਤੇ ਲੁਧਿਆਣਾ ਛੱਡਿਆ ਸੀਗਾ। ਇਹ ਬਿਲਕੁਲ ਸੱਚੀ ਘਟਨਾ ਆ। ਅੱਛਾ ਜੀ। ਤੇ ਦੂਸਰੀ ਗੱਲ ਇਹ ਕਿ ਜਦੋਂ ਅਸੀਂ ਇੱਥੇ ਆਏ ਆਉਂਦੇ ਸਰ ਮੈਂ ਬਿਮਾਰ ਹੋ ਗਿਆ ਵਾ। ਉਹ ਜਿਹੜਾ 15000 ਸੀਗਾ ਮੇਰਾ ਹਸਪਤਾਲ 'ਚ ਲੱਗ ਗਿਆ। ਤੇ ਸਮਾਂ ਐਡਾ ਮਾੜਾ ਸੀਗਾ, ਤੁਸੀਂ ਪੁੱਛ ਰਹੇ ਹੋ, ਸਮਾਂ ਇੰਨਾ ਮਾੜਾ ਸੀ ਕਿ ਅਸੀਂ 1 ਤੋਂ 2 ਮਹੀਨੇ ਲਗਾਤਾਰ ਛਿਹਾੜਾ ਸਾਹਿਬ ਗੁਰੂ ਘਰ ਦੇ ਵਿੱਚ ਸਵੇਰ ਸ਼ਾਮ ਦਾ ਲੰਗਰ ਉੱਥੇ ਛਕਦੇ ਰਹੇ ਆ ਵੀ ਆਟੇ ਦੀ ਥੈਲੀ ਖਰੀਦਣ ਦੇ ਵੀ ਪੈਸੇ ਨਹੀਂ ਸੀ ਹੁੰਦੇ। ਇੰਨਾ ਸਮਾਂ ਮਾੜਾ ਵੇਖਿਆ ਜੀ। ਤਾਂ ਵੀਰ ਜੀ, ਜ਼ਿਆਦਾਤਰ ਜਿਹੜੇ ਦੂਜਿਆਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਰੱਬ ਮੇਵਾ ਜ਼ਰੂਰ ਦਿੰਦਾ ਹੈ, ਪਰ ਤੁਸੀਂ ਸੇਵਾ ਨਿਭਾਉਂਦੇ ਆਪ ਰੋਡ ਤੇ ਆਏ, ਮਹਿਲਾਂ 'ਚ ਰਹਿਣ ਵਾਲਾ ਅੱਜ ਰੈਂਟ ਤੇ ਰਹਿ ਰਿਹਾ। ਕਿਸ ਤਰ੍ਹਾਂ ਦੇ ਹਾਲਾਤ ਕਿਉਂ ਬਣ ਗਏ ਨੇ? ਹਾਲਾਤ ਇੱਦਾਂ ਵੀਰ ਜੀ, ਮੈਨੂੰ ਵੀ ਲੱਗਦਾ ਕਿ ਮੇਰੀ ਸਟੋਰੀ ਸਭ ਨਾਲੋਂ ਵੱਖਰੀ ਹੈ। ਮੈਨੂੰ ਯਕੀਨ ਨਹੀਂ ਹੁੰਦਾ ਵੀ ਵਾਕਈ ਵੀ ਸੇਵਾ ਕਰਨ ਨਾਲ, ਅਸੀਂ ਵੀ ਇਹੀ ਸੁਣਦੇ ਰਹੇ ਹਾਂ ਮਹਾਂਪੁਰਸ਼ਾਂ ਦੇ ਕਥਾਵਾਂ ਦੇ ਵਿੱਚ ਵੀ ਸੇਵਾ ਕਰਨ ਵਾਲੇ ਨੂੰ ਫਲ ਮਿਲਦਾ ਹੈ। ਚਲੋ ਫਲ ਦੀ ਇੱਛਾ ਰੱਖ ਕੇ ਮੈਂ ਕਦੇ ਵੀ ਨਹੀਂ ਕੰਮ ਕੀਤਾ। ਸਭ ਨਾਲ ਵੱਡੀ ਗੱਲ ਯਕੀਨ ਮੰਨਿਓ ਜੀ, ਅਸੀਂ ਉੱਥੇ ਸੰਸਥਾ ਚਲਾਉਂਦੇ ਸਾਂ। ਜਦੋਂ ਕੋਈ ਆਟੋਮੈਟਿਕ ਆ ਕਿ ਕੋਈ ਸੰਸਥਾਵਾਂ ਚੱਲਦੀਆਂ ਨੇ, ਇਹਦੇ ਵਿੱਚ ਰਾਜਨੀਤਿਕ ਬੰਦਿਆਂ ਦਾ ਵੀ ਆਉਣ ਜਾਣ ਹੋ ਜਾਂਦਾ ਵਾ। ਲੁਧਿਆਣੇ ਬੜਾ ਨਾਮ ਆ ਬੈਂਸਾਂ ਦਾ, ਬੈਂਸ ਬ੍ਰਦਰ ਦਾ। ਤੇ ਮਤਲਬ ਸਾਡੇ ਮਹੱਲੇ ਦੇ ਵਿੱਚ ਪੋਲੀਟਿਕਸ ਬੰਦਿਆਂ ਨੂੰ ਕਦੇ ਇਹ ਨਹੀਂ ਸੀ ਪਤਾ ਵੀ ਇਹ ਸੰਸਥਾ ਦਾ ਮੇਨ ਕਿਹੜਾ ਬੰਦਾ ਚਲਾਉਣ ਵਾਲਾ, ਕਿਉਂਕਿ ਮੈਂ ਕਦੇ ਆਪਣੇ ਆਪ ਨੂੰ ਮੂਹਰੇ ਨਹੀਂ ਸੀ ਕੀਤਾ ਹੈ। 1-2 ਸਾਡੇ ਮੇਨ ਖਾਸ ਸੱਜਣ ਸੀਗੇ, ਮੈਂ ਹਮੇਸ਼ਾ ਉਹਨਾਂ ਨੂੰ ਮੂਹਰੇ ਰੱਖਦਾ ਸੀਗਾ, ਪਿੱਛੇ ਰਹਿ ਕੇ ਸੇਵਾ ਕਰੀਦੀ ਸੀ। ਕਦੇ ਅਸੀਂ ਤੇ ਸੰਗਤ ਕਰਦੇ ਹੀ ਸਿੱਖਿਆ ਸੀਗਾ ਜੀ, ਸੱਜੇ ਹੱਥ ਨਾਲ ਦਾਨ ਦੇਣਾ ਤੇ ਖੱਬੇ ਨੂੰ ਵੀ ਨਾ ਪਤਾ ਲੱਗੇ। ਤੇ ਸਾਰੀ ਉਮਰ ਇਦਾਂ ਹੀ ਸੇਵਾ ਕੀਤੀ ਆ। ਪਰ ਦੁੱਖ ਤੇ ਹੁੰਦਾ ਹੈ ਵੀ ਅਸੀਂ ਅੱਜ ਇੱਥੇ ਖੜੇ ਹੋ ਗਏ ਆ, ਪਰ ਚਲੋ ਹੁਣ ਮਹਾਰਾਜ ਨਾਲ ਗਿਲਾ ਸ਼ਿਕਵਾ ਨਹੀਂ ਕਰ ਸਕਦੇ ਹੈਗੇ। ਉਹਨਾਂ ਨਾਲ ਪਿਆਰ ਹੀ ਇੰਨਾ ਆ, ਉਹਦੀ ਰਜ਼ਾ ਦੇ ਵਿੱਚ ਰਾਜੀ ਆ ਜੀ, ਜਿੱਥੇ ਉਹ ਰੱਖਦਾ ਆ। ਤੇ ਜਦੋਂ ਯਾਦ ਆਉਂਦੀ ਹੈ ਆਪਣੇ ਵਪਾਰ ਦੀ, ਚੇਤੇ ਆਉਂਦੀ ਆ ਜਿਵੇਂ ਤੁਸੀਂ ਦੱਸ ਰਹੇ ਹੋ 60 ਤੋਂ 65 ਬੰਦੇ ਤੁਹਾਡੇ ਥੱਲੇ ਸੀ ਜਿਹੜੇ ਜੌਬ ਤੇ ਸੀ, ਤਾਂ ਜਦੋਂ ਹੁਣ ਯਾਦ ਆਉਂਦੀ ਹੈ ਤਾਂ ਰੱਬ ਨਾਲ ਨਾਰਾਜ਼ਗੀ ਹੁੰਦੀ ਹੈ? ਰੱਬਾ ਮਹਿਲਾਂ ਤੋਂ ਸਿੱਧਾ ਹੀ ਤੁਸੀਂ ਇੱਥੇ ਇਸ ਹਾਲਾਤ ਦੇ ਵਿੱਚ ਰਹਿਣ ਦਾ ਰੱਬ ਨਾਲ ਨਾਰਾਜ਼ਗੀ ਹੁੰਦੀ? ਜਦੋਂ 17 ਦੇ ਵਿੱਚ ਲੁਧਿਆਣਾ ਛੱਡਿਆ ਜੀ, ਉਦੋਂ ਨਾਰਾਜ਼ਗੀ ਸੀਗੀ, ਉਦੋਂ ਬਹੁਤ ਨਾਰਾਜ਼ਗੀ ਸੀਗੀ। ਸੱਚ ਤੇ ਸੀਗਾ, ਸੱਚ ਹੈ, ਸੱਚ ਹੀ ਬੋਲੂੰਗਾ। ਉਦੋਂ ਬੜੀ ਨਾਰਾਜ਼ਗੀ ਸੀ। ਉਦੋਂ ਮਨ ਦੇ ਵਿੱਚ ਇੱਕ ਵਾਰੀ ਆਇਆ ਵੀ ਯਾਰ ਜਦੋਂ ਦੇ ਨਾ ਗੁਰੂ ਦੇ ਲੜ ਲੱਗਿਆਂ ਤੇ ਚੰਗਾ ਟਾਈਮ ਨਹੀਂ ਵੇਖਿਆ। ਤੇ ਹਾਲਾਂਕਿ ਇਹ ਗੱਲ ਕਈ ਵੀਰ ਦੇਖਣ ਵਾਲਿਆਂ ਨੂੰ ਗੁੱਸਾ ਵੀ ਲੱਗਦਾ ਵੀ ਮੈਂ ਇਹ ਗੱਲ ਕਹਿਣਾ, ਪਰ ਜਿੱਤੇ ਬੀਤੀ ਹੋਵੇ ਵੀਰ ਜੀ ਉਹਨੂੰ ਪਤਾ ਹੁੰਦਾ ਹੈ ਨਾ। ਤੇ ਕਿੱਥੇ ਤੇ ਮੈਂ ਨਹੀਂ ਕਹਿੰਦਾ ਕਿ ਮੇਰੇ ਕਰਕੇ ਕਿਸੇ ਦੀ ਰੋਟੀ ਚੱਲਦੀ ਸੀ, ਕਿੱਥੇ ਤੇ ਮਹਾਰਾਜ ਸਾਡੇ ਕੋਲੋਂ ਸੇਵਾ ਲੈਂਦੇ ਸੀਗੇ ਕਿ ਕਈ ਘਰਾਂ 'ਚ ਰਾਸ਼ਨ ਪਹੁੰਚਾਈਦਾ ਸੀਗਾ, ਤੇ ਕਿੱਥੇ ਇੱਥੇ ਆ ਕੇ ਆਪ ਗੁਰਦੁਆਰੇ ਜਾ ਕੇ ਮੂੰਹ ਛੁਪਾ ਕੇ ਲੰਗਰ ਛਕਦੇ ਸੀ। ਮੂੰਹ ਛੁਪਾ ਕੇ ਕਿ ਇਸ ਤਰ੍ਹਾਂ ਕਿ ਜਦੋਂ ਰੋਜ਼ ਲੰਗਰ ਛਕਣਾ 2 ਟਾਈਮ ਜਾ ਕੇ, ਤੇ ਪ੍ਰਬੰਧਕਾਂ ਨੂੰ ਹੋ ਹੀ ਜਾਂਦਾ ਵੀ ਇਹ ਸਾਰਾ ਪਰਿਵਾਰ ਇੱਥੇ ਦਿਨ ਰਾਤ ਪ੍ਰਸ਼ਾਦਾ ਹੀ ਛਕੀ ਜਾਂਦਾ। ਤੇ ਇਸ ਤਰ੍ਹਾਂ ਵੀਰ ਜੀ ਚਲੋ ਬਹੁਤ ਵੱਡੀ ਤੁਹਾਡੀ ਮਿਹਨਤ ਹੈ ਕਿ ਤੁਸੀਂ ਅੱਜ ਵੀ ਮਿਹਨਤ ਨੂੰ ਤਰਜੀਹ ਦੇ ਕੇ ਆਪਣਾ ਪਰਿਵਾਰ ਪਾ ਰਹੇ ਹੋ। ਮੈਂ ਵੀ ਜਾਣਨਾ ਚਾਹੁੰਦਾ ਕਿ ਜਦੋਂ ਤੁਸੀਂ
ਅੰਮ੍ਰਿਤਸਰ ਸਾਹਿਬ ਆਏ ਸੀ, ਜਿਵੇਂ ਤੁਸੀਂ ਦੱਸ ਰਹੇ ਰਿਸ਼ਤੇਦਾਰ ਭੈਣ ਭਰਾ ਨਹੀਂ ਹੈ ਤੁਹਾਡੇ ਇੱਥੇ, ਫਿਰ ਵੀ ਰੱਬ ਦੇ ਦਰ ਤੇ ਆਣ ਕੇ ਨੀਵੇਂ ਹੋਏ ਤਾਂ ਰੱਬ ਨੇ ਸਹਾਰਾ ਦਿੱਤਾ ਹੈ ਤੁਹਾਨੂੰ। ਤਾਂ ਜਿਨ੍ਹਾਂ ਦੀ ਤੁਸੀਂ ਮਦਦ ਕਰਦੇ ਰਹੇ ਸੀ ਉਸ ਸਮੇਂ, ਜਿਨ੍ਹਾਂ ਉਹ ਸੰਸਥਾ ਬਣਾਈ ਸੀ, ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਤੁਹਾਡੀ ਆਵਾਜ਼ ਨਹੀਂ ਪੁੱਛੀ? ਕਿਸੇ ਮੈਂਬਰ ਨੇ ਤੁਹਾਡੇ ਨਾਲ ਜਿਹੜੇ ਸੱਜਣ ਸੇਵਾ ਨਿਭਾਉਂਦੇ ਹੋਏ ਜੀ, ਉਹਨਾਂ ਨੇ ਕਿਸੇ ਨੇ ਆਵਾਜ਼ ਨਹੀਂ ਪੁੱਛੀ? ਦੇਖੋ ਜੀ, ਜਿਹੜੇ ਤੇ ਮਹਾਰਾਜ ਸਾਡੇ ਜਿਨ੍ਹਾਂ ਲੋਕਾਂ ਦੀ ਸਾਡੇ ਕੋਲ ਸੇਵਾ ਲੈ ਰਹੇ ਸੀਗੇ, ਉਹ ਤੇ ਵਿਚਾਰੇ ਪਹਿਲਾਂ ਹੀ ਉੱਦਾਂ ਦੇ ਹੁੰਦੇ ਨੇ, ਉਹਨਾਂ ਨੇ ਤੇ ਕੀ ਮੇਰੀ ਬਾਤ ਪੁੱਛਣੀ ਸੀ। ਹਾਂ ਜੇ ਮੈਂਬਰਾਂ 'ਚੋਂ ਗਈ ਹੈ ਤੇ ਉਹਨਾਂ ਵਿੱਚੋਂ 2 ਮੈਂਬਰ ਐਸੇ ਸੀਗੇ ਵੀ ਜਿਹੜੇ ਮੇਰੇ ਜਿਗਰੀ ਯਾਰ ਨੇ, ਉਹਨਾਂ ਦਾ ਮੈਂ ਨਾਮ ਨਹੀਂ ਲਵਾਂਗਾ, ਤੇ ਉਹ ਕੁਝ ਪਰਹੇਜ਼ ਕਰਦੇ ਨੇ। ਉਹਨਾਂ 'ਚੋਂ ਇੱਕ ਬੰਦਾ ਬਾਹਰ ਹੈ, ਇੱਕ ਬੰਦਾ ਅੱਜ ਲੁਧਿਆਣੇ ਆ। ਉਹ ਅੱਜ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਢਾ ਕੇ ਖੜੇ ਨੇ। ਜਦੋਂ ਮੇਰੇ ਸਿਰ ਤੇ 30-35 ਲੱਖ ਕਰਜ਼ਾ ਸੀਗਾ, ਮੈਂ ਨਾ ਆਪਣੇ ਇੱਕ ਫਰੈਂਡ ਨਾਲ ਵੈਸੇ ਗੱਲ ਕੀਤੀ, ਲੁਧਿਆਣੇ ਵਾਲਿਆਂ ਨਾਲ, ਮੈਡੀਕਲ ਦਾ ਕੰਮ ਆ ਉਹਨਾਂ ਦਾ। ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਵੀ ਸਾਰੇ ਮਹੱਲੇ ਦੇ ਵਿੱਚ, ਸਾਰੇ ਸ਼ਹਿਰ ਦੇ ਵਿੱਚ ਅਸੀਂ ਢੰਡੋਰਾ ਪਿਟਿਆ ਕਿ ਬੜੇ ਗੁਰੂ ਵਾਲੇ ਆ, ਪਰ ਸਿਰ ਤੇ ਕਰਜ਼ਾ ਹੋ ਗਿਆ ਤੇ ਮੇਰੇ ਕੋਲ ਲੋਕਾਂ ਦੇ ਪੈਸੇ ਨਹੀਂ ਮੁੜ ਰਹੇ ਹੈਗੇ। ਤੇ ਕਹਿੰਦਾ ਹੁਣ ਤੇ ਮੈਂ ਹੁਣ ਇਹੀ ਆ ਦਿਮਾਗ 'ਚ ਆ ਰਿਹਾ ਵੀ ਸੁਸਾਈਡ ਕਰ ਲਈਏ। ਤੇ ਅੱਛਾ, ਉਹਨਾਂ ਦੀ ਵਾਈਫ ਹੈ ਨਾ ਭੈਣ ਜੀ, ਮੈਂ ਉਹਨਾਂ ਨੂੰ ਕਹਿੰਦਾ ਵਾ, ਉਹਨਾਂ ਦੀ ਭੈਣ ਜੀ ਮਤਲਬ ਇਨਸਾਨੀਅਤ ਕੁੱਟ-ਕੁੱਟ ਕੇ ਭਰੀ ਹੋਈ ਹੈ। ਤੇ ਉਹ ਉਹਨਾਂ ਦੇ ਕੰਨਾਂ 'ਚ ਇੰਨੀ ਗੱਲ ਪਈ ਤੇ ਉਹ ਮੇਰੇ ਕੋਲ ਆਪਣਾ ਸਾਰਾ ਵੀ ਜੋ ਉਹਨਾਂ ਦਾ ਗਹਿਣਾ ਗੱਟਾ ਸੀ, ਸੋਨਾ ਸੀ, ਉਹ ਸਾਰਾ ਮੇਰੇ ਕੋਲ ਲਿਆਏ ਵੀ ਤੁਸੀਂ ਸੁਸਾਈਡ ਵਾਲੇ ਪਾਸੇ ਨਾ ਜਾਇਓ, ਵੀ ਪੈਸੇ ਦੀ ਲੋੜ ਹੈ ਤੇ ਤੁਸੀਂ ਆਹ ਰੱਖ ਲਓ। ਤੇ ਮੈਂ ਕਿਹਾ ਭੈਣ ਜੀ ਤੁਹਾਡੇ ਪੈਸੇ ਲੈ ਲਏ, ਆ ਸੋਨਾ ਰੱਖੂੰਗਾ ਤੇ ਮੈਂ ਵੈਸੇ ਮਰ ਜਾਊਂਗਾ, ਮੇਰੇ 'ਚ ਇੰਨੀ ਹਿੰਮਤ ਨਹੀਂ ਹੈਗੀ ਕਿ ਮੈਂ ਤੁਹਾਡਾ ਗਹਿਣਾ ਰੱਖ ਕੇ। ਤੇ ਚਲੋ ਉਹਨਾਂ ਨੇ ਫਿਰ ਕਿਸੇ ਤਰੀਕੇ ਮੇਰੀ ਸੋਨਾ ਨਹੀਂ ਦਿੱਤਾ, ਮੇਰੀ 15 ਲੱਖ ਰੁਪਏ ਦੀ ਉਹਨਾਂ ਨੇ ਮੇਰੀ ਹੈਲਪ ਕੀਤੀ। ਤੇ ਉਹ 15 ਲੱਖ ਰੁਪਏ 'ਚੋਂ ਮੈਂ ਕਰਦੇ ਕਰਾਂਦੇ ਕੋਈ 5-4 ਲੱਖ ਉਹਨਾਂ ਨੂੰ ਮੋੜਿਆ ਉੱਥੇ ਕੰਮ ਕਰਦੇ ਕਰਦੇ। ਤੇ ਫਿਰ ਜਦੋਂ ਸਾਡਾ ਘਰੇ ਥੋੜ੍ਹਾ ਜਿਹਾ ਘਰੇ ਮੈਨੂੰ ਹਿੱਸੇ ਦੇ ਵਿੱਚ ਇੱਕ ਪਲਾਟ ਮਿਲਿਆ ਸੀ, ਜਦੋਂ ਮੈਂ ਲੁਧਿਆਣਾ ਸ਼ਹਿਰ ਛੱਡਿਆ, ਉਹ ਪਲਾਟ ਦੇ ਜੋ ਵੀ ਕਾਗਜ਼ ਪੱਤਰ ਸੀਗੇ ਮੈਂ ਆਪਣੇ ਮੈਡੀਕਲ ਵਾਲੇ ਫਰੈਂਡ ਨੂੰ ਦੇ ਆਇਆ ਸੀਗਾ ਵੀ ਭਾਜੀ ਮੈਂ ਨਾ ਹੁਣ ਇੱਥੇ ਨਹੀਂ ਰਹਿ ਸਕਦਾ ਹੈਗਾ, ਮੇਰਾ ਮਨ ਬੜਾ ਖ਼ਰਾਬ ਹੈ ਵੀ ਮੈਂ ਨਾ ਹੁਣ ਸਿਰਫ ਅਚਾਰ ਨਾਲ ਰੋਟੀ ਖਾ ਲਾਂ ਕਿਤੇ ਵੀ ਰਹਿ ਕੇ, ਪਰ ਮੈਂ ਲੁਧਿਆਣੇ ਸ਼ਹਿਰ 'ਚ ਨਹੀਂ ਰਹਿ ਸਕਦਾ। ਮਨ ਇੰਨਾ ਖੱਟਾ ਹੋ ਗਿਆ ਸੀ ਲੁਧਿਆਣੇ ਸ਼ਹਿਰ ਦੇ, ਮਤਲਬ ਕਹਿ ਲਓ ਕਿ ਦਿੱਤਾ ਵੀ ਬੜਾ ਕੁਝ, ਪਰ ਜਦੋਂ ਦੁੱਖ ਦਿੱਤੇ ਤੇ ਉਦੋਂ ਇੰਨੇ ਕੁ ਦੁੱਖ ਦਿੱਤੇ ਵੀ ਉੱਥੇ ਸਾਹ ਲੈਣਾ ਵੀ ਔਖਾ ਹੋ ਗਿਆ, ਉਸ ਹਵਾ ਦੇ ਵਿੱਚ ਸਾਹ ਲੈਣਾ ਵੀ ਔਖਾ ਹੋ ਗਿਆ ਸੀਗਾ। ਸੋ ਇੱਦਾਂ ਵੀ ਮੈਂ ਜਦੋਂ 17 ਛੱਡਿਆ ਤੇ ਮੈਂ ਉਹਨਾਂ ਨੂੰ ਆਪਣੇ ਕਾਗਜ਼ ਪੱਤਰ ਆਪਣੇ ਪਲਾਟ ਦੇ ਜੋ ਵੀ ਮੇਰੇ ਹਿੱਸੇ ਮਿਲਿਆ ਵੀ ਉਹਨਾਂ ਨੂੰ ਦਿਆ ਵੀ ਤੁਸੀਂ ਇਹਨੂੰ ਵੇਚੋ, ਇਹਨੂੰ ਵੱਧ 'ਚ ਵੇਚੋ, ਇਹਨੂੰ ਘੱਟ 'ਚ ਵੇਚੋ, ਵੀ ਇਹ ਤੁਹਾਡੇ ਸਪੁਰਦ ਹੈਗਾ ਵਾ, ਵੀ ਹੁਣ ਮੇਰੇ ਪੱਲੇ ਕੁਝ ਨਹੀਂ ਹੈਗਾ। ਚਲੋ ਮੈਨੂੰ ਉਹਨਾਂ ਨੇ ਮੁੜ ਕੇ ਕਦੇ ਕਿਹਾ ਨਹੀਂ ਆ ਵੀ ਸਾਡਾ ਕੁਝ ਦੇਣਦਾਰੀ ਰਹਿ ਗਈ ਹੈ। ਤੇ ਇਸ ਤਰ੍ਹਾਂ ਫਿਰ ਅਸੀਂ ਉਹ ਛੱਡ ਕੇ ਤੇ ਅੰਮ੍ਰਿਤਸਰ ਆ ਗਏ ਹਾਂ ਜੀ। ਸਰਦਾਰ ਜੀ ਜਾਨਣਾ ਚਾਹੁੰਦਾ ਕਿ ਹੌਜ਼ਰੀ ਦੇ ਵਪਾਰੀ ਤੋਂ ਸਵੱਬ ਕਿਵੇਂ ਬਣਿਆ ਆਈਸਕ੍ਰੀਮ ਦੀ ਰੇਹੜੀ ਲਾਉਣ ਦਾ? ਕਿਉਂਕਿ ਵਪਾਰੀ ਸੀ ਤੁਸੀਂ, ਤਾਂ ਆਈਸਕ੍ਰੀਮ ਤਾਂ ਪਤਾ ਵੀ ਨਹੀਂ ਹੋਏਗਾ ਬਣਾਉਣੀ ਕਿਵੇਂ ਹੈ, ਕਿਸ ਤਰ੍ਹਾਂ ਸਵੱਬ ਬਣਿਆ ਸਰ? ਸਬੱਬ ਇੱਦਾਂ ਜੀ, ਕਹਿੰਦੇ ਜਦੋਂ ਬੰਦੇ ਤੇ ਮੁਸੀਬਤ ਹੋਵੇ ਤੇ ਆਪਣੇ ਆਪ ਕੋਈ ਨਾ ਕੋਈ ਫਿਰ ਟੱਕਰਾਂ ਮਾਰਦਾ, ਕੋਈ ਨਾ ਕੋਈ ਰਾਹ ਲੱਭਦਾ ਆ। ਬਾਕੀ ਸਿਆਣੇ ਦੀ ਕਹਾਵਤ ਹੈ ਕਿ ਲੋੜ ਕਾਢ ਦੀ ਮਾਂ ਆ। ਮੈਂ ਕਦੇ ਜ਼ਿੰਦਗੀ 'ਚ ਜੌਬ ਕੀਤੀ ਨਹੀਂ ਸੀਗੀ, ਇੱਥੇ ਆ ਕੇ ਮੈਂ ਫਿਰ ਵੀ ਉਹਨਾਂ ਦੀ ਬੜੀ ਸ਼ਾਬਾਸ਼ ਕਰਦਾ। ਅੱਜ ਉਹਨਾਂ ਦੀ ਮੈਂ ਦਿਲੋਂ ਇੱਜ਼ਤ ਕਰਦਾ ਕਿ ਜਿਨ੍ਹਾਂ ਨੇ ਬਿਲਕੁਲ ਅਣਜਾਣ ਬੰਦੇ ਨੂੰ ਦੁਕਾਨ 'ਤੇ ਕੰਮ ਰੱਖਿਆ, ਪਰ ਸੈਲਰੀ ਇੰਨੀ ਘੱਟ ਸੀਗੀ, ਮੈਂ ਕਿਰਾਏ 'ਤੇ ਰਹਿਣਾ, 3 ਬੱਚੇ ਵੀ ਪਾਲਣੇ ਆ, ਰਾਸ਼ਨ ਵੀ ਚਲਾਉਣਾ ਨਾ ਜੀ, ਉਨੀ ਸੈਲਰੀ 'ਚ ਮੇਰੇ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ। ਤੇ ਫਿਰ ਮੈਂ ਉਹਨਾਂ ਨੂੰ 3 ਮਹੀਨੇ ਬਾਅਦ ਬੇਨਤੀ ਕੀਤੀ ਵੀ ਭਾਜੀ ਮੈਂ ਕੰਮ ਛੱਡ ਦੇਣਾ ਹੈ। ਕਹਿੰਦੇ ਕੀ ਕਰੋਗੇ? ਮੈਂ ਕਿਹਾ ਜੀ ਮੈਂ ਨਾ YouTube ਤੋਂ ਨਾ ਕੁਲਫੀ ਬਣਾਉਣੀ ਸਿੱਖੀ ਆ, ਵੀ ਉਹਦੀ ਰੇਹੜੀ ਲਾਵਾਂਗਾ। ਉਹਨਾਂ ਨੇ ਮੈਨੂੰ ਫਿਰ ਹਿੰਮਤ ਦਿੱਤੀ, ਸ਼ਾਬਾਸ਼ ਦਿੱਤੀ ਵੀ ਬਾਜ਼ਾਰ 'ਚ ਜਿੱਥੇ ਅੱਡਾ ਲਾਣਾ, ਜੇ ਕਿਸੇ ਨੂੰ ਜਿਹੜੀ ਕੋਈ ਗੱਲ ਕਹਿਣੀ ਹੈ, ਕੋਈ ਤਕਲੀਫ ਦੇਵੇਗਾ ਤੇ ਸਾਨੂੰ ਦੱਸਿਆ, ਸੀ ਤੁਹਾਡੇ ਨਾਲ ਖੜੇ ਹਾਂ। ਇੱਦਾਂ ਕਰਦੇ ਕਰਾਉਂਦੇ ਜੀ YouTube ਤੋਂ ਕੁਲਫੀ ਬਣਾਉਣੀ ਸਿੱਖੀ ਸਭ ਨਾਲ ਪਹਿਲਾਂ, ਫਿਰ ਦੁੱਧ ਦੀ ਬੋਤਲ ਬਣਾਉਣੀ ਸਿੱਖੀ, ਕੁਲਫੀ ਦੀ ਰੇਹੜੀ ਲਾਈ ਸਾਲ ਕੁ। ਮੁੜ ਕੇ ਸਰਦੀਆਂ 'ਚ ਫਿਰ ਕੰਮ ਪਰੇਸ਼ਾਨੀ ਵਾਲਾ ਪੈ ਗਿਆ, ਕਿਉਂਕਿ ਸਰਦੀਆਂ 'ਚ ਫਿਰ ਨਹੀਂ ਸੀ ਕੁਝ ਕਰਨਾ ਆਉਂਦਾ। ਇੱਦਾਂ ਉਦੋਂ ਵੀ ਦਿਨ ਮਾੜੇ ਆਏ, ਫਿਰ ਮਾੜੇ ਚੰਗੇ ਆਏ। ਫਿਰ ਇੱਦਾਂ ਹੀ ਸਾਡੇ ਡੈਡੀ ਦੇ ਮਾਮਾ ਜੀ ਦੇ ਬੇਟੇ ਨੇ ਬਾਹਰ ਅਮਰੀਕਾ ਦੇ ਵਿੱਚ, ਫਿਰ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਫੋਨ 'ਤੇ, ਉਹਨਾਂ ਨੇ ਮੇਰਾ ਨੰਬਰ ਕਿਸੇ ਕੋਲ ਲਿਆ ਤੇ ਫਿਰ ਉਹ ਸਾਨੂੰ ਕਹਿੰਦੇ ਸੀ ਕੋਈ ਕੰਮ ਕਰੋ। ਤੇ ਕੰਮ ਹੁਣ ਕੋਈ ਤੁਹਾਨੂੰ ਦੱਸਿਆ ਵੀ ਮਾਲਕੀ ਕੀਤੀ ਸੀ, ਕੰਮ ਤੇ ਕੋਈ ਹੱਥੀਂ ਆਉਂਦਾ ਨਹੀਂ ਸੀ। ਉਹਨਾਂ ਨੂੰ ਫਿਰ ਇਹੀ ਬੇਨਤੀ ਕੀਤੀ ਵੀ ਕੁਲਫੀ ਆਈਸਕ੍ਰੀਮ ਬਣਾਉਣੀ ਆਉਂਦੀ ਹੈ। ਉਹ ਕਹਿੰਦੇ ਇਹਦਾ ਫੂਡ ਟਰੱਕ ਤਿਆਰ ਕਰਦੇ ਆ ਆਪਾਂ। ਤੇ ਮੈਂ ਉਹਨਾਂ ਨੂੰ ਦੱਸਿਆ ਵੀ ਇੰਨੇ ਕਿਹਦੇ 'ਚ ਪੈਸੇ ਲੱਗ ਜਾਣਗੇ? ਕਹਿੰਦੇ ਕੋਈ ਨਹੀਂ, ਜਿੰਨੇ ਵੀ ਲੱਗ ਜਾਣਗੇ ਮਹਾਰਾਜ ਸੇਵਾ ਸਾਡੇ ਕੋਲ ਲਏਗਾ। ਤੇ ਉਹ ਫਿਰ ਉਹਨਾਂ ਨੇ ਹੈਲਪ ਕੀਤੀ ਜੀ, ਤੇ ਜੋ YouTube ਤੋਂ ਕੰਮ ਸਿੱਖਿਆ ਸੀਗਾ ਉਹ ਅੱਜ ਸੰਗਤ ਦੀ ਸੇਵਾ ਕਰ ਰਹੇ ਆ। ਫਿਰ ਇਹ ਸਰਦਾਰ ਜੀ ਨੇ ਜਿਹੜੇ ਕਿ ਹੌਜ਼ਰੀ ਦੇ ਵਪਾਰੀ ਸੀ, ਪਰ ਅੱਜ ਹਾਲਾਤਾਂ ਨੇ ਇਹੋ ਜਿਹੀ ਮਾਰ ਮਾਰੀ ਗਏ, ਇਹ ਆਪਣਾ ਪਰਿਵਾਰ ਪਾਲਣ ਵਾਸਤੇ ਆਈਸਕ੍ਰੀਮ ਦੀ ਰੇਹੜੀ ਲਾਉਂਦੇ ਨੇ। ਅਤੇ ਬਹੁਤ ਸਾਰੇ ਇਹੋ ਜਿਹੇ ਇਨਸਾਨ ਵੀ ਨੇ ਜਿਨ੍ਹਾਂ ਦੇ ਹਾਲਾਤਾਂ ਦੀ ਮਾਰ ਪੈਂਦੀ ਹੈ, ਉਹ ਟੁੱਟ ਜਾਂਦੇ ਨੇ, ਹਾਰ ਜਾਂਦੇ ਨੇ, ਪਰ ਸਰਦਾਰ ਜੀ ਨੇ ਹਿੰਮਤ ਨਹੀਂ ਹਾਰੀ। ਅੱਜ ਵੀ ਪਰਿਵਾਰ ਪਾਲਣ ਨੂੰ ਤਰਜੀਹ ਦੇ ਰਹੇ ਨੇ, ਮਿਹਨਤ ਨੂੰ ਤਰਜੀਹ ਦੇ ਰਹੇ ਨੇ। ਸਰਦਾਰ ਜੀ ਜਿਵੇਂ ਕਿ ਜਿਨ੍ਹਾਂ ਦੇ ਮਾੜਾ ਟਾਈਮ ਆਉਂਦਾ ਹੈ ਉਹ ਟੁੱਟ ਜਾਂਦੇ, ਹਾਰ ਜਾਂਦੇ ਨੇ, ਕੀ ਅਪੀਲ ਲਾਉਣੀ ਚਾਹੁੰਦੇ ਹੋ? ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਤੁਹਾਡੇ ਨਾਲ ਵਾਪਰੀਆਂ ਬੜੀਆਂ ਹੋਰਨਾਂ ਨਾਲ ਵੀ ਇਸ ਤਰ੍ਹਾਂ ਵਾਪਰਦੀ ਹੈ, ਉਹ ਟੁੱਟ ਜਾਂਦੇ ਨੇ, ਹਾਰ ਜਾਂਦੇ ਨੇ, ਦੂਜਿਆਂ ਨੂੰ ਤਾਨੇ ਮਿਹਣੇ ਮਾਰਦੇ ਨੇ ਜਾਂ ਰੱਬ ਨੂੰ ਤਾਨੇ ਮਿਹਣੇ ਮਾਰਦੇ ਨੇ। ਕੀ ਅਪੀਲ ਲਾਓਗੇ? ਅਪੀਲ ਬੇਨਤੀ ਇੱਦਾਂ ਹੀ ਹੈ ਜੀ ਸਾਰਿਆਂ ਨੂੰ ਕਿ ਮਤਲਬ ਕੁਝ ਦਿਨ ਅਗਰ ਦੁੱਖ ਦੇ ਆ ਜਾਣ ਤੇ ਉਹਦੇ 'ਚ ਹੌਸਲਾ ਨਹੀਂ ਛੱਡਣਾ ਚਾਹੀਦਾ ਹੈਗਾ, ਮਿਹਨਤ ਕਰਦੇ ਰਹਿਣਾ ਚਾਹੀਦਾ। ਅਸੀਂ ਆਪਣੇ ਬੱਚਿਆਂ ਨੂੰ ਆਪ ਨੂੰ ਇਹੀ ਮੋਟੀਵੇਟ ਕਰੀਦਾ ਵੀ ਮਿਹਨਤ ਕਰਨੀ ਹੈ। ਮਿਹਨਤ ਉਦੋਂ ਤੱਕ ਕਰਨੀ ਹੈ ਜਦੋਂ ਤੱਕ ਮਹਾਰਾਜ ਨੇ ਸਰੀਰ ਦੇ ਵਿੱਚ ਸਾਹ ਦਿੱਤੇ ਹੋਏ ਨੇ ਜੀ, ਤੇ ਇੱਕ ਨਾ ਇੱਕ ਦਿਨ ਸਾਡੇ ਲਈ ਚੰਗਾ ਆਏਗਾ। ਉਹ ਸਿਆਣੇ ਕਹਿੰਦੇ ਨੇ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ। ਕਿਤੇ ਸਾਡੇ ਵੀ ਮਹਾਰਾਜ ਸਾਡੀ ਪੁਕਾਰ ਸੁਣੇਗਾ, ਉਹਦੇ ਲੜ ਲੱਗੇ ਆ, ਕਿਤੇ ਉਹਦੀ ਕਿਰਪਾ ਦ੍ਰਿਸ਼ਟੀ ਤਰਸ ਸਾਡੇ 'ਤੇ ਕਰੇਗਾ, ਫਿਰ ਉਹ ਸਾਡੇ ਪੁਰਾਣੇ ਦਿਨ ਆਉਣਗੇ। ਹੋ ਸਕਦਾ ਮੈਨੂੰ ਤਾਂ ਇੱਥੋਂ ਤੱਕ ਵੀ ਆਸ ਹੈਗੀ ਆ
ਕਿ ਪੁਰਾਣੇ ਦਿਨਾਂ ਨਾਲੋਂ ਬਿਹਤਰ ਵੀ ਉਹ ਸਾਡੇ ਲਈ ਅੱਗੇ ਫਿਰ ਦੇਣੋਂ ਤਿਆਰ ਨੇ। ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਕਿ ਅਗਰ ਕੋਈ ਸਮਾਂ ਮਾੜਾ ਆਂਦਾ ਤੇ ਉਹ ਗਲਤ ਪਾਸੇ ਨਾ ਜਾਓ। ਮਹਾਰਾਜ ਦੀ ਐਡਾ ਸੋਹਣਾ ਮਹਾਰਾਜ ਨੇ ਸਰੀਰ ਦਿੱਤਾ, ਐਡਾ ਸੋਹਣੀ ਸਾਨੂੰ ਜੂਨ ਬਖਸ਼ੀ ਹੈ ਜਿਹੜੀ 84 ਲੱਖ 'ਚ ਸਭ ਨਾਲ ਵਧੀਆ ਗਿਣੀ ਜਾਂਦੀ ਹੈ ਕਿ ਇਹਨੂੰ ਇਦਾਂ ਆਪਣੇ ਆਪ ਨਾ ਖਤਮ ਕਰੋ। ਕੀ ਪਤਾ ਕੱਲ ਦਾ ਸੂਰਜ ਸਾਰਿਆਂ ਲਈ ਕੀ ਲੈ ਕੇ ਬੈਠਾ ਹੋਇਆ ਵਾ। ਸਰਦਾਰ ਜੀ ਦੀ ਹਿੰਮਤ ਨੂੰ ਸਲੂਟ ਜ਼ਰੂਰ ਹੈ। ਸਰਦਾਰ ਜੀ ਆਪਣਾ ਐਡਰੈਸ ਜ਼ਰੂਰ ਬੋਲ ਦਿਓ ਕਿਉਂਕਿ ਹੌਸਲਾ ਅਫਜ਼ਾਈ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਇੱਧਰੋਂ ਦੀ ਰਸਤੇ ਤਾਂ ਨਹੀਂ ਜਾਂਦੇ ਹੁਣ ਉਹ ਜ਼ਰੂਰ ਤੁਹਾਡੇ ਤਾਈਂ ਪਹੁੰਚਣ ਅਤੇ ਉਹਨਾਂ ਨੂੰ ਸੇਧ ਵੀ ਜ਼ਰੂਰ ਮਿਲੇਗੀ ਕਿ ਵਪਾਰੀ ਤੋਂ ਜੇ ਰੇੜੀ ਤੇ ਵੀ ਆਉਣਾ ਪੈਂਦਾ ਤਾਂ ਹਿੰਮਤ ਨਹੀਂ ਹਾਰਨੀ ਚਾਹੀਦੀ। ਤਾਂ ਆਪਣਾ ਐਡਰੈਸ ਜ਼ਰੂਰ ਬੋਲਿਓ। ਐਡਰੈਸ ਇੱਦਾਂ ਜੀ, ਛਿਆੜਾ ਚੌਂਕ ਪਾਰ ਕਰਕੇ ਅੱਗੇ 400-500 ਮੀਟਰ ਅੱਗੇ ਆਓ, ਪਿੱਛੇ ਆਪਣੇ ਓਮ ਪਾਰਕ ਤੇ ਸੇਵਾ ਕੇਂਦਰ ਪੈਂਦੀ, ਉਹਦੇ ਬਿਲਕੁਲ ਸਾਹਮਣੇ ਆਪਣਾ ਫੂਡ ਟਰੱਕ ਲੱਗਦਾ। ਦੁਪਹਿਰੇ 1:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਇੱਥੇ ਆਉਂਦੇ ਆ। ਬਾਕੀ ਸਰੋਤਿਆਂ ਨੂੰ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਸੇਵਾ ਦਾ ਮੌਕਾ ਦਿਓ। ਕੁਆਲਿਟੀ ਅਤੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਜੀ। ਕੁਆਲਿਟੀ ਤੇ ਸਫਾਈ ਵੱਲੋਂ ਤੁਹਾਨੂੰ ਕਿਸੇ ਕਿਸਮ ਦੀ ਵੀ ਉਲਾਂਭਾ ਨਹੀਂ ਆਏਗਾ। ਬਹੁਤ ਧੰਨਵਾਦ। ਤਾਂ ਇਹ ਸਰਦਾਰ ਜੀ ਨੇ ਜਿਹੜੇ ਕਿ ਇਸ ਵੇਲੇ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਨੇ। ਹੌਜ਼ਰੀ ਦੇ ਵਪਾਰੀ ਸੀ, ਪੈਸਿਆਂ ਦੀ ਕੋਈ ਥੋੜ ਨਹੀਂ ਸੀ, ਪਰ ਅੱਜ ਪੈਸਿਆਂ ਲਈ ਮੁਹਤਾਜ ਹੋਣਾ ਪਿਆ, ਦੂਜਿਆਂ ਦੇ ਸਾਹਮਣੇ ਹੱਥ ਫੈਲਾਉਣੇ ਪਏ, ਪਰ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਅੱਜ ਵੀ ਆਪਣਾ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਹੇ ਨੇ। ਤਾਂ ਸਾਨੂੰ ਵੀ ਸੇਧ ਲੈਣੀ ਚਾਹੀਦੀ ਹੈ ਕਿ ਜੇ ਮਾੜਾ ਚੰਗਾ ਟਾਈਮ ਆਉਂਦਾ ਤਾਂ ਹਿੰਮਤ ਨਹੀਂ ਹਾਰਨੀ ਚਾਹੀਦੀ। ਸਰਦਾਰ ਜੀ ਜਿਵੇਂ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਨੇ, ਤੁਸੀਂ ਵੀ ਆਪਣਾ ਮਿਹਨਤ ਨਾਲ ਪਰਿਵਾਰ ਪਾਲੋ ਤੇ ਆਪਣੇ ਪਰਿਵਾਰ ਨੂੰ ਤਰਜੀਹ ਦਿਓ, ਮਿਹਨਤ ਨੂੰ ਤਰਜੀਹ ਦਿਓ ਅਤੇ ਉਸ ਦੇ ਰੱਬ ਦੇ ਭਾਣੇ ਦੇ ਵਿੱਚ ਰਹੋ। ਸੋ ਮੈਨੂੰ ਦਿਓ ਇਜਾਜ਼ਤ। ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ।